ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਜ ਮੈਂ ਤੁਹਾਡੇ ਨਾਲ ਜੋ ਵਿਸ਼ਾ ਸਾਂਝਾ ਕਰ ਰਹੀ ਹਾਂ ਉਹ ਹੈ ਜਪਜੀ ਸਾਹਿਬ ਦੀ ਬਾਣੀ ਬਾਰੇ। ਜਪਜੀ ਸਾਹਿਬ ਦੀ ਬਾਣੀ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਸ ਬਾਣੀ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਹੈ ਅਤੇ ਇਹ ਸਿੱਖੀ ਦੇ ਅਸੂਲਾਂ ਦਾ ਵੀ ਨਿਚੋੜ ਹੈ। ਇਹ ਬਾਣੀ ਸਿੱਖ ਦੇ ਨਿਤਨੇਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੈ ਸ਼ਖਸੀ ਅਤੇ ਦੂਜੀ ਹੈ ਪੰਥਕ। ਜਪਜੀ ਸਾਹਿਬ ਦੀ ਬਾਣੀ ਦਾ ਪਾਠ ਸਿੱਖ ਦੀ ਸ਼ਖਸੀ ਰਹਿਣੀ ਦਾ ਇੱਕ ਬਹੁਤ ਵੱਡਾ ਅਤੇ ਮਹੱਤਵਪੂਰਨ ਹਿੱਸਾ ਹੈ। ਹਰ ਸਿੱਖ ਨੂੰ ਗੁਰੂ ਸਾਹਿਬ ਵੱਲੋਂ ਹਦਾਇਤ ਕੀਤੀ ਹੋਈ ਹੈ ਕਿ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਵਿੱਚ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਆਪਣੇ ਤੌਰ ਉੱਤੇ ਬੈਠ ਕੇ ਕਰਨਾ ਹੈ, ਭਾਵ ਕਿ ਇਹ ਮਨੁੱਖ ਦੀ ਇੰਡੀਵਿਜੂਅਲ ਮੈਡੀਟੇਸ਼ਨ ਹੈ। ਜਿੱਥੇ ਆਸਾ ਦੀ ਵਾਰ ਸਿੱਖ ਦਾ ਸੰਗਤੀ ਨਿਤਨੇਮ ਦਾ ਹਿੱਸਾ ਹੈ, ਉੱਥੇ ਜਪਜੀ ਸਾਹਿਬ ਸਿੱਖ ਦੇ ਇੰਡੀਵਿਜੂਅਲ ਮੈਡੀਟੇਸ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਦੀ ਇਤਨੀ ਮਹਾਨਤਾ ਹੈ ਕਿ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਦਰਜ ਕੀਤਾ ਗਿਆ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤਾਂ ਖੰਡੇ ਦੀ ਪਾਹੁਲ ਦੀ ਤਿਆਰੀ ਵਿੱਚ ਵੀ ਸਭ ਤੋਂ ਪਹਿਲਾਂ ਇਸੇ ਹੀ ਬਾਣੀ ਦਾ ਪਾਠ ਕੀਤਾ ਗਿਆ। ਇਸ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜੋ ਵਿਸ਼ਾ ਲਿਆ ਹੈ ਉਹ ਹੈ ਕਿ ਅਸੀਂ ਸਚਿਆਰ ਕਿਵੇਂ ਬਣਨਾ ਹੈ। ਇਸੇ ਹੀ ਵਿਸ਼ੇ ਦੇ ਆਸੇ ਪਾਸੇ ਜਪਜੀ ਸਾਹਿਬ ਦੀ ਸਾਰੀ ਬਾਣੀ ਜੋ ਹੈ ਉਸ ਦੇ ਭਾਵ ਸਾਨੂੰ ਇਸੇ ਹੀ ਵਿਸ਼ੇ ਦੀ ਜਾਣਕਾਰੀ ਦਿੰਦੇ ਹਨ। ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਨੇ ਅਤੇ 2 ਸ਼ਲੋਕ ਹਨ, ਇੱਕ ਆਰੰਭ ਵਿੱਚ ਅਤੇ ਇੱਕ ਲਾਸਟ ਵਿੱਚ। ਸਭ ਤੋਂ ਪਹਿਲਾਂ ਮੂਲ ਮੰਤਰ ਅੰਕਿਤ ਕੀਤਾ ਗਿਆ ਹੈ। ਜਪਜੀ ਸਾਹਿਬ ਦੀ ਬਾਣੀ ਦੇ ਵਿਸ਼ੇ ਜੋ ਹਨ ਉਹ ਬਹੁਤ ਗੰਭੀਰ ਅਤੇ ਮੁਸ਼ਕਿਲ ਵਿਸ਼ੇ ਹਨ। ਇਹਨਾਂ ਨੂੰ ਸਮਝਣ ਲਈ ਸਾਨੂੰ ਬਾਣੀ ਦਾ ਬਾਰ-ਬਾਰ ਪਾਠ ਕਰਨ ਦੀ ਲੋੜ ਹੈ ਅਤੇ ਬਾਰ-ਬਾਰ ਇਸ ਦੇ ਮੀਨਿੰਗ ਵਿਚਾਰਨ ਦੀ ਲੋੜ ਹੈ। ਇਸ ਔਖੇ ਵਿਸ਼ੇ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਲਈ ਡਾਕਟਰ ਕੁਲਦੀਪ ਕੌਰ ਜੀ ਮੋਹਾਲੀ ਨੇ ਇਸ ਦਾ ਕਾਵ ਅਨੁਵਾਦ ਸੌਖੇ ਤਰੀਕੇ ਨਾਲ ਕੀਤਾ ਹੈ ਤਾਂ ਕਿ ਸਾਨੂੰ ਇਸ ਦੇ ਮਤਲਬ ਚੰਗੀ ਤਰ੍ਹਾਂ ਅਤੇ ਆਰਾਮ ਨਾਲ ਸਮਝ ਆ ਜਾਣ। ਡਾਕਟਰ ਕੁਲਦੀਪ ਕੌਰ ਜੀ ਦੀ ਰਚਨਾ ਦੀ ਇੱਕ ਖਾਸੀਅਤ ਇਹ ਹੁੰਦੀ ਹੈ ਕਿ ਉਹ ਔਖੇ ਤੋਂ ਔਖੇ ਵਿਸ਼ੇ ਨੂੰ ਸੌਖੇ ਤੋਂ ਸੌਖੇ ਤਰੀਕੇ ਨਾਲ ਸਮਝਾਉਂਦੇ ਹਨ ਅਤੇ ਜਦੋਂ ਅਸੀਂ ਉਹਨਾਂ ਦੇ ਦੱਸੇ ਹੋਏ ਜੋ ਮੀਨਿੰਗ ਨੇ ਉਹਨਾਂ ਨੂੰ ਵਿਚਾਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਸ ਬਾਣੀ ਦੇ ਮੀਨਿੰਗ ਬਹੁਤ ਹੀ ਸੌਖੇ ਹਨ, ਭਾਵ ਕਿ ਸਾਨੂੰ ਸਮਝ ਵਿੱਚ ਆ ਜਾਂਦੇ ਹਨ। ਉਹਨਾਂ ਦੀ ਰਚਨਾ ਦੀ ਇਹ ਖਾਸੀਅਤ ਹੈ। ਆਓ ਅੱਜ ਤੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਦਾ ਜੋ ਉਹਨਾਂ ਨੇ ਕਾਵ ਅਨੁਵਾਦ ਕੀਤਾ ਹੈ, ਵਾਰੀ-ਵਾਰੀ ਇੱਕ-ਇੱਕ ਸ਼ਬਦ ਜਾਂ ਇੱਕ-ਇੱਕ ਪੌੜੀ ਲੈ ਕੇ ਉਸ ਦਾ ਜੋ ਕਾਵ ਅਨੁਵਾਦ ਹੈ ਉਹ ਮੈਂ ਆਪ ਦੇ ਸਾਹਮਣੇ ਰੱਖਾਂਗੀ ਤਾਂ ਕਿ ਇਸ ਦੇ ਮੀਨਿੰਗ ਆਪ ਸਭ ਨੂੰ ਸੌਖੀ ਤਰ੍ਹਾਂ ਨਾਲ ਸਮਝ ਆ ਜਾਣ ਅਤੇ ਅਸੀਂ ਵੀ ਆਪਣਾ ਜੀਵਨ ਸਫਲ ਕਰ ਸਕੀਏ। ਅੱਜ ਮੂਲ ਮੰਤਰ ਦਾ ਜੋ ਉਹਨਾਂ ਨੇ ਕਾਵ ਅਨੁਵਾਦ ਕੀਤਾ ਹੈ ਉਹ ਮੈਂ ਆਪ ਨੂੰ ਪੜ੍ਹ ਕੇ ਸੁਣਾਉਂਦੀ ਹਾਂ। ਸਭ ਤੋਂ ਪਹਿਲਾਂ ਮੈਂ ਮੂਲ ਮੰਤਰ ਦਾ ਜਾਪ ਕਰਾਂਗੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ
निर्वैर अकाल मूरत अजूनी सैभं गुर प्रसाद। ਇਹ ਸਿੱਖੀ ਦਾ ਮੂਲ ਮੰਤਰ ਹੈ, ਭਾਵ ਮੁੱਢਲਾ ਮੰਤਰ। ਇਸ ਵਿੱਚ ਸਾਨੂੰ ਅਕਾਲ ਪੁਰਖ ਦਾ ਸਰੂਪ ਸਮਝਾਇਆ ਗਿਆ ਹੈ। ਆਓ ਦੇਖੀਏ ਡਾਕਟਰ ਕੁਲਦੀਪ ਕੌਰ ਜੀ ਨੇ ਇਸ ਦਾ ਕਾਵਿ ਅਨੁਵਾਦ ਕਰਕੇ ਸਾਨੂੰ ਇਸ ਦੇ ਮਤਲਬ ਕਿਵੇਂ ਸਮਝਾਏ ਹਨ। ਇੱਕ ਓੰਕਾਰ ਇਹ ਗੱਲ ਸਮਝਾਵੇ। ਇੱਕ ਓੰਕਾਰ ਇਹ ਗੱਲ ਸਮਝਾਵੇ। ਇੱਕੋ ਹੀ ਹੈ ਉਹ ਨਿਰੰਕਾਰ, ਨਾਮ ਉਸ ਦਾ ਸਦਾ ਸਤ ਹੈ। ਨਾਮ ਉਸ ਦਾ ਸਦਾ ਸਤ ਹੈ, ਕਦੇ ਨਾ ਬਿਨਸਨਹਾਰ। ਸਭ ਜਗ ਦਾ ਉਹ ਕਰਤਾ ਹੈ ਵੇ, ਪੁਰਖ ਰੂਪ ਵਿੱਚ ਉਹਨੂੰ ਨਿਹਾਰ। ਅਦ੍ਰਿਸ਼ਟ ਹੁੰਦਿਆਂ ਪੁਰਖ ਕਹਾਵੇ, ਸਭ ਜਗ ਦਾ ਹੈ ਸਿਰਜਣਹਾਰ। ਭਉ ਨਾ ਉਸਨੂੰ ਕਿਸੇ ਦਾ ਪੋਹੇ, ਭਉ ਨਾ ਉਸਨੂੰ ਕਿਸੇ ਦਾ ਪੋਹੇ। ਕਿਸੇ ਨਾਲ ਨਾ ਵੈਰ ਕਮਾਵੇ, ਮੂਰਤ ਉਸ ਦੀ ਸਦਾ ਸਦ ਜੀਵਤ। ਕਾਲ ਰਹਿਤ ਅਕਾਲ ਕਹਾਵੇ। ਇਹ ਅਕਾਲ ਦੇ ਮੀਨਿੰਗ ਨੇ। ਮੂਰਤ ਉਸ ਦੀ ਸਦਾ ਸਦ ਜੀਵਤ, ਕਾਲ ਰਹਿਤ ਅਕਾਲ ਕਹਾਵੇ। ਇੱਕ ਰਸ ਰੂਪ ਉਹ ਰਹਿੰਦਾ ਸਦ ਹੀ, ਇੱਕ ਰਸ ਰੂਪ ਉਹ ਰਹਿੰਦਾ ਸਦ ਹੀ। ਜੂਨਾਂ ਵਿੱਚ ਕਦੇ ਨਾ ਆਵੇ। ਇਹ ਅਜੂਨੀ ਦਾ ਮੀਨਿੰਗ ਹੈ। ਇੱਕ ਰਸ ਰੂਪ ਉਹ ਰਹਿੰਦਾ ਸਦ ਹੀ, ਜੂਨਾਂ ਵਿੱਚ ਕਦੇ ਨਾ ਆਵੇ। ਫਿਰ ਸਵੈਭੰਗ ਨੂੰ ਕਿਵੇਂ ਦੱਸਿਆ ਹੈ? ਆਪਣੇ ਆਪ ਤੋਂ ਹੋਂਦ ਵਿੱਚ ਆਇਆ, ਆਪਣੇ ਆਪ ਤੋਂ ਹੋਂਦ ਵਿੱਚ ਆਇਆ। ਸਵੈ ਪ੍ਰਕਾਸ਼ਿਤ ਰੂਪ ਸੁਹਾਵੇ। ਆਪਣੇ ਯਤਨਾਂ ਨਾਲ ਨਾ ਮਿਲਦਾ, ਆਪਣੇ ਯਤਨਾਂ ਨਾਲ ਨਾ ਮਿਲਦਾ। ਗੁਰ ਕਿਰਪਾ ਕਰ ਆਨ ਮਿਲਾਵੇ। ਸਭ ਦਾ ਕਰਤਾ, ਸਭ ਦਾ ਸਿਰਜਕ, ਸਭਨਾਂ ਦੀ ਪ੍ਰਤਪਾਲ ਕਰਾਵੇ। ਕੋਈ ਨਹੀਂ ਉਸ ਦਾ ਜਗ ਵਿੱਚ ਸਾਨੀ, ਕੋਈ ਨਹੀਂ ਉਸ ਦਾ ਜਗ ਵਿੱਚ ਸਾਨੀ। ਦੂਜਾ ਕੋਈ ਨਾ ਨਦਰੀ ਆਵੇ। ਇੱਕੋ ਹੈ ਉਹ ਇੱਕੋ ਰਹਿਸੀ, ਇੱਕੋ ਹੈ ਉਹ ਇੱਕੋ ਰਹਿਸੀ। ਇੱਕੋ ਏਕੰਕਾਰ ਕਹਾਵੇ, ਇੱਕੋ ਏਕੰਕਾਰ ਕਹਾਵੇ। ਇੱਕ ਓੰਕਾਰ ਇੱਕ ਨਿਰੰਕਾਰ, ਏਕਾ ਏਕੰਕਾਰ ਕਹਾਵੇ, ਏਕਾ ਏਕੰਕਾਰ ਕਹਾਵੇ। ਇਹ ਹੈ ਜੋ ਕਿ ਮੂਲ ਮੰਤਰ ਦਾ ਮੀਨਿੰਗ ਸਾਨੂੰ ਡਾਕਟਰ ਕੁਲਦੀਪ ਕੌਰ ਜੀ ਨੇ ਕਵਿਤਾ ਦੇ ਰੂਪ ਵਿੱਚ ਸਮਝਾਇਆ ਹੈ। ਮੈਨੂੰ ਆਸ ਹੈ ਕਿ ਸਾਨੂੰ ਸਾਰਿਆਂ ਨੂੰ ਮੂਲ ਮੰਤਰ ਦੇ ਮੀਨਿੰਗ ਦੀ ਚੰਗੀ ਤਰ੍ਹਾਂ ਇਹ ਕਵਿਤਾ ਸੁਣ ਕੇ ਸਮਝ ਆ ਹੀ ਗਈ ਹੋਵੇਗੀ। ਆਓ ਅਸੀਂ ਇਸ ਨੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਵਸਾਈਏ ਅਤੇ ਮੈਂ ਇਸੇ ਤਰ੍ਹਾਂ ਇਹਨਾਂ ਸਾਰੀਆਂ ਪੌੜੀਆਂ ਦਾ ਜੋ ਕਾਵਿ ਅਨੁਵਾਦ ਅੱਗੋਂ ਬਾਣੀ ਸ਼ੁਰੂ ਹੋਣੀ ਹੈ, ਇਹ ਮੂਲ ਮੰਤਰ ਹੈ। ਇਸ ਤੋਂ ਬਾਅਦ ਬਾਣੀ ਦਾ ਨਾਮ ਹੈ ਜਪ, ਫਿਰ ਉਸ ਤੋਂ ਬਾਅਦ ਸਲੋਕ ਆਉਣਾ ਹੈ, ਫਿਰ 38 ਪੌੜੀਆਂ ਆਉਣੀਆਂ ਨੇ, ਫਿਰ ਐਂਡ ਦਾ ਸਲੋਕ ਆਉਣਾ ਹੈ ਪਵਨ ਗੁਰੂ ਪਾਣੀ ਪਿਤਾ। ਅਤੇ ਮੈਂ ਵਾਰੀ ਵਾਰੀ ਕਰਕੇ ਕੋਸ਼ਿਸ਼ ਕਰਾਂਗੀ ਕਿ ਸਾਰੇ ਜਪਜੀ ਸਾਹਿਬ ਦਾ ਜੋ ਕਾਵਿ ਅਨੁਵਾਦ ਡਾਕਟਰ ਕੁਲਦੀਪ ਕੌਰ ਜੀ ਨੇ ਲਿਖਿਆ ਹੈ ਉਹ ਆਪ ਜੀ ਦੇ ਅੱਗੇ ਪੇਸ਼ ਕਰਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।